ਸਤਨਾਮ ਸ੍ਰੀ ਵਾਹਿਗੁਰੂ। ਮਨ ਲੋਚੈ ਹਰ ਮਿਲਣ ਕੋ, ਕਿਉ ਦਰਸ਼ਨ ਪਾਈਆ। ਮੈਂ ਲੱਖ ਵਿੜਤੇ ਸਾਹਿਬਾਂ, ਜੇ ਬਿੰਦ ਬੁਲਾਈਆ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਦੇ ਵਡਨਾ ਸਾਈਆਂ। ਮੈਂ ਦਸਿਓ ਮਾਰਗ ਸੰਤ ਹੋ, ਕਿਉ ਪ੍ਰਭੂ ਮਿਲਾਈਆ। ਮਨ ਅਰਪਿਓ ਹਉ ਮੈਂ ਤਜੋ, ਇਤ ਪੰਥ ਜੁਲਾਈਆ। ਨਿਤ ਸੇਵਿਓ ਸਾਹਿਬ ਆਪਣਾ, ਸਤ ਸੰਗ ਮਿਲਾਈਆ। ਸਭੇ ਆਸਾਂ ਪੂਰੀਆਂ, ਗੁਰ ਮਹਿਲ ਬੁਲਾਈਆ। ਤੁਧ ਦੇਵ ਡਹੋਰ ਨਾ ਸੁਝਈ, ਮੇਰੇ ਮਿੱਤਰ ਗੁਸਾਈਆਂ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ, ਨਾ ਕੋਈ ਹੋਇਆ ਨਾ ਕੋਈ ਹੋਣਾ। 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 ਨਾ ਕੋਈ ਹੋਇਆ ਨਾ ਕੋਈ ਹੋਣਾ।
ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ, ਨਾ ਕੋਈ ਹੋਣਾ, ਨਾ ਕੋਈ ਹੋਇਆ ਨਾ ਕੋਈ ਹੋਣਾ। ਮੇਰੇ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਮੇਰੇ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਮੇਰੇ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਮੇਰੇ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ। ਜੁਗ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ, ਦੀਨ ਦੁਨੀ ਦੇ ਸਾਹਿਬ, ਬਾਣੀ ਗੁਰੂ ਸ਼ਬਦ ਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਦਾ ਸੁਹਾਵੀ ਨਿਰਮਲ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਓ ਸਾਰੀਆਂ ਸੰਗਤਾਂ ਰਸਨਾ ਸਫਲੀ ਕਰੀਏ। ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦਾ ਅਹਿਸਾਸ ਆਪਣੇ ਮਨਾਂ ਵਿੱਚ ਬਣਾ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼, ਦਇਆ, ਕਿਰਪਾ ਕਰਕੇ ਹਰ ਸਾਲ ਦੀ ਤਰ੍ਹਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵਸ ਕੇ ਜੋ ਮਨੁੱਖਤਾ ਦੇ ਭਲੇ ਵਾਸਤੇ ਇਸ ਭਾਗਾ ਉਦਮ ਗੁਰਮਤਿ ਸਮਾਗਮ ਕਰਨ ਦਾ ਬਖਸ਼ਿਸ਼ ਕੀਤਾ ਹੈ। ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ, ਤਿੰਨਾਂ ਦੀ ਨਿੱਘੀ ਯਾਦ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਗੁਰਤਾਗਦੀ ਦਿਵਸ ਮਨਾਉਣ ਹਿੱਤ ਇਹ ਮਹਾਨ ਗੁਰਮਤਿ ਸਮਾਗਮ, ਜਿਨ੍ਹਾਂ ਦੇ ਵਿੱਚ ਆਪ ਜੀ ਨਿਰੰਤਰ ਹਾਜ਼ਰੀ ਭਰ ਕੇ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਆਓ ਜਿੱਥੇ 2 ਦਿਨਾਂ ਤੋਂ ਲੈ ਕੇ ਆਪ ਜੀ ਨੇ ਬੇਅੰਤ ਗੁਰਮੁਖਾਂ ਪਾਸੋਂ, ਮਹਾਂਪੁਰਖਾਂ ਪਾਸੋਂ, ਗੁਰੂ ਕੇ ਕੀਰਤਨੀਆਂ ਪਾਸੋਂ ਅਤੇ ਇਸ ਸਥਾਨ ਦੇ ਸੰਚਾਲਕ ਮਹਾਂਪੁਰਖ ਸੰਤ ਬਾਬਾ ਲਖਵੀਰ ਸਿੰਘ ਜੀ ਪਾਸੋਂ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਬਚਨ ਸਰਵਣ ਕਰਕੇ ਆਪਣੀ ਜ਼ਿੰਦਗੀ ਦੀਆਂ ਘੜੀਆਂ ਨੂੰ ਸਫਲਿਆਂ ਕੀਤਾ ਹੈ। ਆਓ ਉੱਥੇ ਰਹਿੰਦੇ ਸਮੇਂ ਦੀ ਸਫਲਤਾ ਵਾਸਤੇ ਵੀ ਮਨ ਬਿਰਤੀਆਂ ਨੂੰ ਜੋੜੀਏ, ਵਿਚਾਰਾਂ ਦੀ ਸਾਂਝ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਆਓ ਸਾਰੇ ਇੱਕ ਵਾਰੀ ਮਿਲ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਗੁਰਬਾਣੀ ਦੀ, ਗੁਰ ਸ਼ਬਦ ਦੀ ਵਡਿਆਈ ਵਿੱਚ ਬੜੇ ਪਿਆਰੇ ਬਚਨ ਬਖਸ਼ਿਸ਼ ਕੀਤੇ ਨੇ। ਉਹਨਾਂ ਨੇ ਕੁਝ ਉਦਾਹਰਨਾਂ ਦੇ ਕੇ ਜੋ ਬਾਣੀ ਦੀ ਕਦਰ ਹੈ, ਜੋ ਬਾਣੀ ਦਾ ਸਥਾਨ ਇੱਕ ਸਿੱਖ ਦੇ ਹਿਰਦੇ ਵਿੱਚ ਹੋਣਾ ਚਾਹੀਦਾ ਹੈ, ਉਹਦੀ ਸਾਨੂੰ ਬਹੁਤ ਵੱਡੀ ਪ੍ਰੇਰਣਾ ਦਿੱਤੀ ਹੈ।
ਭਾਈ ਸਾਹਿਬ ਜੀ ਕਹਿੰਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਹੈ ਉਹ ਸਮੁੰਦਰ ਦੀ ਸੈਰ ਕਰਨ ਵਾਸਤੇ ਜਾਂਦੇ ਨੇ, ਸਮੁੰਦਰ ਦੇ ਕਿਨਾਰੇ ਨੂੰ ਦੇਖਦੇ ਨੇ, ਉਹਦੀਆਂ ਲਹਿਰਾਂ ਨੂੰ ਤੱਕਦੇ ਨੇ, ਉਹਦੇ ਬੁਲਬੁਲਿਆਂ ਨੂੰ ਤੱਕਦੇ ਨੇ ਤੇ ਖੁਸ਼ ਹੋ ਕੇ ਵਾਪਸ ਆਪਣੇ ਘਰਾਂ ਨੂੰ ਆ ਜਾਂਦੇ ਨੇ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਪਰਬਤ ਦੇਖਣ ਦਾ ਬੜਾ ਸ਼ੌਂਕ ਹੁੰਦਾ ਹੈ, ਪਹਾੜੀ ਇਲਾਕੇ ਵਿੱਚ ਜਾ ਕੇ ਬੜਾ ਪ੍ਰਸੰਨ ਰਹਿੰਦੇ ਨੇ। ਉਹ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਉਹਨਾਂ ਦੀ ਉਚਾਈ ਨੂੰ ਦੇਖ ਕੇ, ਉੱਥੇ ਵਿਸ਼ਾਲ ਦਰਖਤ ਦੇਖ ਕੇ ਖੁਸ਼ ਹੁੰਦੇ ਨੇ ਤੇ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਨੇ। ਕੁਝ ਲੋਕ ਉਹ ਨੇ ਜਿਹੜੇ ਕਿਸੇ ਜੰਗਲ ਦੀ ਸੈਰ ਕਰਨ ਵਾਸਤੇ ਜਾਂਦੇ ਨੇ, ਭਾਂਤ-ਭਾਂਤ ਦੀ ਬਨਸਪਤੀ ਨੂੰ ਦੇਖ ਕੇ, ਦਰਖਤਾਂ ਨੂੰ ਦੇਖ ਕੇ, ਕਰਤਾ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਕੁਦਰਤ ਨੂੰ ਦੇਖ ਕੇ ਖੁਸ਼ ਹੁੰਦੇ ਨੇ, ਆਪਣੇ ਘਰਾਂ ਨੂੰ ਮੁੜ ਆਉਂਦੇ ਨੇ। ਭਾਈ ਗੁਰਦਾਸ ਜੀ ਇਹ ਬਚਨ ਕਰਕੇ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ? ਕਹਿਣ ਲੱਗੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਜੈਸੇ ਪਰਬਤ ਵਿਖੈ ਮਾਨਕ ਪਾਰਕ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵਈ। ਜੈਸੇ ਬਨ ਵਿਖੈ ਮਲਿਆਗਰ ਸੋਧਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬਹਿਸਾਵਈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਹੀ। ਕਹਿੰਦੇ ਬਹੁਤੀ ਦੁਨੀਆ ਸਮੁੰਦਰ ਦੀਆਂ ਲਹਿਰਾਂ ਨੂੰ ਦੇਖ ਕੇ ਮੁੜ ਆਈ, ਪਰ ਜੇ ਕੋਈ ਗੋਤਾਖੋਰ ਹੋਵੇ, ਮਰ ਜੀਵਾ ਹੋਏ, ਉਹ ਸਮੁੰਦਰ ਦੀ ਤਹਿ ਤੱਕ ਜਾ ਕੇ ਦੇਖ ਲੈਂਦਾ ਹੈ ਕਿ ਇਹ ਸਮੁੰਦਰ ਦੇ ਵਿੱਚ ਬਹੁਤ ਕੀਮਤੀ ਵਸਤੂਆਂ ਨੇ, ਕੀਮਤੀ ਖਜ਼ਾਨੇ ਮੌਜੂਦ ਨੇ। ਕੁਝ ਲੋਕ ਨੇ ਜਿਨ੍ਹਾਂ ਨੇ ਪਹਾੜਾਂ ਦੀ ਸਿਰਫ ਉਚਾਈ ਦੇਖੀ ਹੈ, ਪਰ ਕੋਈ ਵਿਰਲਾ ਹੈ ਜਿਸ ਨੂੰ ਇਹ ਪਤਾ ਹੈ ਕਿ ਪਹਾੜ ਦੀ ਕਿਸੇ ਖੱਡ ਦੇ ਵਿੱਚ, ਕਿਸੇ ਡੂੰਘਾਈ ਦੇ ਵਿੱਚ ਕੀਮਤੀ ਹੀਰੇ ਤੇ ਮੋਤੀ ਵੀ ਹੋ ਸਕਦੇ ਨੇ। ਬਹੁਤ ਲੋਕਾਂ ਨੇ ਜੰਗਲ ਦੇਖਿਆ ਤੇ ਵਾਪਸ ਮੁੜ ਆਏ, ਪਰ ਉੱਥੇ ਜਾਣ ਵਾਲਾ ਕੋਈ ਖੋਜੀ, ਕੋਈ ਢੰਡਾਊ ਜਦੋਂ ਉਸ ਜੰਗਲ ਵਿੱਚ ਗਿਆ ਤੇ ਉਹਨੇ ਆ ਕੇ ਦੁਨੀਆ ਦੇ ਲੋਕਾਂ ਨੂੰ ਦੱਸਿਆ, ਉੱਥੇ ਚੰਦਨ ਅਤੇ ਕਪੂਰ ਵਰਗੀ ਸੁਗੰਧੀ ਵੀ ਮੌਜੂਦ ਹੈ। ਇਸ ਤਰ੍ਹਾਂ ਹੀ ਗੁਰਮੁਖੋ, ਬਹੁਤ ਲੋਕ ਉਹ ਨੇ ਜਿਹੜੇ ਗੁਰਬਾਣੀ ਨੂੰ ਕੇਵਲ ਇੱਥੋਂ ਤੱਕ ਹੀ ਸਮਝਦੇ, ਮੰਨਦੇ ਤੇ ਪੂਜਦੇ ਨੇ ਕਿ ਗੁਰਬਾਣੀ ਨੂੰ ਮੰਨਿਆ ਸਾਨੂੰ ਆ ਵਸਤੂਆਂ ਦੀ ਪ੍ਰਾਪਤੀ ਹੋਊਗੀ, ਆ ਦਾਤਾਂ ਸਾਨੂੰ ਗੁਰੂ ਕੋਲੋਂ ਮਿਲਣਗੀਆਂ। ਪਰ ਭਾਈ ਗੁਰਦਾਸ ਜੀ ਕਹਿੰਦੇ ਗੁਰਬਾਣੀ ਇੱਕ ਇਸ ਤਰ੍ਹਾਂ ਦਾ ਖਜ਼ਾਨਾ ਹੈ, ਜਿਸ ਤਰ੍ਹਾਂ ਦੇ ਤੁਸੀਂ ਖੋਜੀ ਬਣ ਕੇ ਗੁਰਬਾਣੀ ਦੇ ਡੂੰਘੇ ਸਾਗਰ ਵਿੱਚ ਤਾਰੀ ਲਾਓਗੇ, ਉਹਦੇ ਵਿੱਚ ਉਤਰੋਗੇ, ਜੋ ਵੀ ਤੁਸੀਂ ਖੋਜਣਾ ਚਾਹੋਗੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੇ ਵਿੱਚੋਂ ਤੁਹਾਨੂੰ ਪ੍ਰਾਪਤ ਹੋ ਜਾਏਗਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤਿੰਨ ਸੱਸਿਆਂ ਦਾ ਆਪਾਂ ਧਿਆਨ ਰੱਖਣਾ ਸ਼ੁਰੂ ਕਰ ਦਈਏ ਗੁਰਮੁਖੋ। ਇਹ ਜਿਹੜੇ ਸਮਾਗਮ ਮਹਾਂਪੁਰਖਾਂ ਵੱਲੋਂ ਉਲੀਕੇ ਜਾਂਦੇ ਆ ਨਾ, ਇਹਨਾਂ ਦੇ ਪਿੱਛੇ ਮੂਲ ਕਾਰਨ ਇਹੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੰਜ ਭੌਤਿਕ ਸਰੀਰ ਤਿਆਗਣਾ ਸੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇਣੀ ਸੀ,
ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਬਚਨ ਕੀਤੇ, ਉੱਥੇ ਇੱਕ ਇਹ ਬੜਾ ਕੀਮਤੀ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੀ। ਉਹ ਬਚਨ ਸੀ ਕਿ ਆਪਸ ਵਿੱਚ ਪਿਆਰ ਰੱਖਣਾ ਤੇ ਪੰਥ ਦੇ ਵਾਧੇ ਨੂੰ ਲੋਚਣਾ, ਧਿਆਨ ਦੇਣਾ। ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ। ਤੇ ਜਦੋਂ ਮਹਾਂਪੁਰਖ ਇਹ ਸਮਾਗਮ ਰੱਖਦੇ ਆ ਨਾ ਗੁਰਮੁਖੋ, ਸਮਾਗਮ ਉਲੀਕਣ ਦੀ ਇੱਛਾ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਕੰਮ ਕਰਦਾ ਹੈ ਕਿ ਜੇ ਅਸੀਂ ਗੁਰਮਤਿ ਸਮਾਗਮ ਰੱਖਾਂਗੇ, ਉਹ ਪੰਥ ਜਿਹਨੂੰ ਪਿਆਰ ਕਰਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸੀ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਉਸ ਪੰਥ ਵਿੱਚ ਵਾਧਾ ਹੋਵੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿੱਥੇ ਮਹਾਂਪੁਰਖ ਇਸ ਤਰ੍ਹਾਂ ਦੇ ਉਦਮ ਕਰਦੇ ਨੇ, ਉੱਥੇ ਸਾਨੂੰ ਸੁਰਤ ਦੁਆਰਾ ਵੀ ਕੁਝ ਚੜ੍ਹਾਈ ਚੜ੍ਹਨ ਦੀ ਲੋੜ ਹੈ, ਕਿਉਂਕਿ ਇੱਕ ਸਰੀਰ ਦਾ ਰਸਤਾ ਹੈ, ਇੱਕ ਸੁਰਤ ਦਾ ਰਸਤਾ ਹੈ। ਸਰੀਰ ਦੀ ਯਾਤਰਾ ਕਰਨ ਵਾਲੇ ਤੇ ਲੱਖਾਂ ਨੇ, ਕਰੋੜਾਂ ਨੇ, ਪਰ ਸੁਰਤ ਦੀ ਯਾਤਰਾ ਕਰਨ ਵਾਲਾ, ਅੰਦਰ ਦੀ ਯਾਤਰਾ ਕਰਨ ਵਾਲਾ ਕੋਈ ਵਿਰਲਾ ਹੋਇਆ ਕਰਦਾ ਹੈ। ਤਿੰਨ ਸੱਸੇ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਆਉਣਾ ਨਾ ਗੁਰਮੁਖੋ, ਤਾਂ ਸਭ ਤੋਂ ਪਹਿਲਾ ਸੱਸਾ ਸਾਡੇ ਮਨ ਵਿੱਚ ਇਹ ਧਿਆਨ ਹੋਣਾ ਚਾਹੀਦਾ ਕਿ ਆਪਾਂ ਗੁਰੂ ਕੋਲ ਜਾਣਾ ਹੈ ਤੇ ਜਾ ਕੇ ਸਭ ਤੋਂ ਪਹਿਲਾਂ ਗੁਰੂ ਦਾ ਹੁਕਮ ਸੁਣਨਾ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਆਇਓ ਸੁਣਨ ਪੜਨ ਕੋ ਬਾਣੀ। ਜਦੋਂ ਆਪਣੇ ਘਰੋਂ ਤੁਰਨਾ ਹੈ ਤੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਹੈ, ਤਿਆਰ ਕਰਨਾ ਹੈ ਕਿ ਮੈਂ ਗੁਰੂ ਕੋਲ ਜਾ ਰਿਹਾ, ਮੈਂ ਜਾ ਕੇ ਗੁਰੂ ਦਾ ਸੰਦੇਸ਼, ਗੁਰੂ ਦਾ ਹੁਕਮ, ਗੁਰੂ ਦਾ ਪੈਗਾਮ ਮਨ ਚਿੱਤ ਨੂੰ ਇਕਾਗਰ ਕਰਕੇ ਸੁਣਨਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉਸ ਤੋਂ ਅਗਲਾ ਜੋ ਸੱਸਾ ਹੈ, ਧਿਆਨ ਦੇਣਾ ਗੁਰਮੁਖੋ, ਉਹ ਸੱਸਾ ਸਾਨੂੰ ਸਮਝਾ ਰਿਹਾ ਹੈ ਕਿ ਗੁਰੂ ਦਾ ਉਪਦੇਸ਼ ਕੇਵਲ ਸੁਣਨਾ ਹੀ ਨਹੀਂ, ਉਹਨੂੰ ਸਮਝਣਾ ਹੈ, ਉਹਨੂੰ ਜਾਣਨਾ ਹੈ। ਦੋ ਕਿਸਮ ਦੇ ਸਰੋਤੇ ਤੇ ਬਹੁਤ ਨੇ, ਜਿੰਨੇ ਵੀ ਆਪਾਂ ਬੈਠੇ ਆ ਸੁਣ ਰਹੇ ਆ। ਇਹ ਕਹਿ ਦੇਣਾ ਕਿ ਸੁਣਨ ਦਾ ਕੋਈ ਫਲ ਨਹੀਂ, ਇਹ ਗਲਤ ਹੈ, ਕਿਉਂਕਿ ਸਤਿਗੁਰੂ ਦੇ ਸ਼ਬਦ ਦੇ ਵਿੱਚ ਪਾਰਸ ਕਲਾ ਗੁਰਮੁਖੋ। ਜਦੋਂ ਗੁਰੂ ਦਾ ਸ਼ਬਦ ਸਾਡੇ ਕੰਨਾਂ ਵਿੱਚ ਜਾਏਗਾ, ਸਾਡੇ ਹਿਰਦੇ ਤੱਕ ਜਾਏਗਾ, ਬੇਸ਼ੱਕ ਸਾਨੂੰ ਪੂਰੀ ਸਮਝ ਨਾ ਵੀ ਆਏ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਨ ਦਾ ਆਪਣਾ ਫਲ ਹੈ, ਮਹਾਤਮ ਹੈ, ਪਰ ਉਸ ਤੋਂ ਅੱਗੇ ਜਿਹੜਾ ਅਜੋਕੇ ਸਮੇਂ ਦੇ ਵਿੱਚ ਮਾਹੌਲ ਹੈ, ਜਿਹੜੀ ਗੱਲ ਚੱਲ ਰਹੀ ਹੈ ਕਿ ਗੁਰੂ ਦੇ ਬਚਨ ਨੂੰ ਸਮਝਣਾ ਹੈ, ਧਿਆਨ ਦੇਣਾ। ਕੱਲ ਦੇ ਸਮਾਗਮ ਦੇ ਵਿੱਚ ਦਾਸ ਨੇ ਡਾਕਟਰ ਸਰਬਜਿੰਦਰ ਸਿੰਘ ਜੀ ਹੋਰਾਂ ਨੂੰ ਇਸ ਸਟੇਜ ਤੋਂ ਸੁਣਿਆ, ਜਿਨ੍ਹਾਂ ਕੋਲ ਡਿਗਰੀ ਬਹੁਤ ਹੈ, ਅੱਖਰ ਬੜੇ ਨੇ, ਪੜ੍ਹਾਈ ਬਹੁਤ ਹੈ, ਪਰ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਇਹ ਗੱਲ ਸਿਰਫ ਆਖੀ ਨਹੀਂ, ਉਹਨਾਂ ਨੇ ਸਵੀਕਾਰ ਵੀ ਕੀਤੀ ਹੈ ਕਿ ਕੇਵਲ ਸਮਝਣ ਦੇ ਨਾਲ ਗੱਲ ਨਹੀਂ ਬਣਨੀ,
ਕੇਵਲ ਜਾਣਨ ਦੇ ਨਾਲ ਖੇਡ ਨਹੀਂ ਬਣਨੀ। ਜਿਵੇਂ ਅਜੋਕੇ ਸਮੇਂ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਬਾਣੀ ਪੜ੍ਹੋ ਸਮਝੋ, ਉਸ ਤੋਂ ਅਗਲਾ ਵੀ ਇੱਕ ਸਟੈਪ ਹੈ ਗੁਰਮਖੋ। ਆ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਆ, ਉਹਨਾਂ ਨੇ ਸੁਣਨ ਤੋਂ ਸ਼ੁਰੂਆਤ ਕੀਤੀ। ਉਹਨਾਂ ਨੇ ਮਹਾਂਪੁਰਖਾਂ ਦੀ ਸੰਗਤ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਕੇ ਸਮਝਿਆ, ਤੇ ਸਿਰਫ ਸੁਣਿਆ ਤੇ ਸਮਝਿਆ ਹੀ ਨਹੀਂ, ਆਪਾਂ ਪਹੁੰਚਣਾ ਕਿੱਥੇ ਹੈ? ਸੁਣ ਕੇ ਸਮਝ ਕੇ ਗੁਰੂ ਦੇ ਸਿੱਖ ਨੇ ਜਾਣਾ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੁਣਨ ਤੋਂ ਬਾਅਦ ਸਮਾ ਜਾਣਾ, ਉਹਦੇ ਵਿੱਚ ਲੀਨ ਹੋ ਜਾਣਾ, ਉਹਦੇ ਵਿੱਚ ਡੁੱਬ ਜਾਣਾ, ਉਹਦੇ ਵਿੱਚ ਅਭੇਦ ਹੋ ਜਾਣਾ, ਉਹਦਾ ਰੂਪ ਬਣ ਜਾਣਾ, ਉਹਦੇ ਨਾਲ ਇੱਕ ਮਿਕ ਹੋ ਜਾਣਾ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਹੇ। ਫਿਰ ਬੇਨਤੀ ਕਰਾਂ, ਸੁਣਨਾ ਜ਼ਰੂਰ ਹੈ, ਪਰ ਸਿਰਫ ਸੁਣਨਾ ਨਹੀਂ, ਸਮਝਣਾ ਹੈ। ਤੇ ਸਿਰਫ ਸੁਣਨਾ ਤੇ ਸਮਝਣਾ ਹੀ ਨਹੀਂ, ਸਾਡੀ ਜ਼ਿੰਦਗੀ ਦਾ ਮਕਸਦ ਹੈ ਸਮਾਉਣਾ, ਉਹਦਾ ਰੂਪ ਬਣ ਜਾਣਾ, ਉਹਦੇ ਵਿੱਚ ਲੀਨ ਹੋ ਜਾਣਾ। ਜਿਹਦੀ ਬਾਬਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਚਨ ਬਖਸ਼ਿਸ਼ ਕੀਤੇ ਨੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਸਮਾਂ 5-7 ਮਿੰਟ ਬਾਕੀ ਰਹਿ ਗਿਆ। ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਬਾਣੀ ਦੀ ਵਡਿਆਈ ਬਾਣੀ ਦੇ ਵਿੱਚੋਂ ਦੇਖਦੇ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਚਨ ਵਰਤੇ ਨੇ, ਜਿੱਥੇ ਸ਼ਬਦ ਨੂੰ, ਬਾਣੀ ਨੂੰ ਸਭ ਤੋਂ ਸਰਮੌਰ ਦਰਸਾਇਆ ਹੈ। ਪਰ ਜਿਨ੍ਹਾਂ ਨੇ ਬਾਣੀ ਨੂੰ ਜੀਆ ਹੈ, ਬਾਣੀ ਨੂੰ ਹੰਢਾਇਆ ਹੈ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਬਣ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਮੁਹਿੰਮ ਨੂੰ ਫਤਿਹ ਕਰਨ ਵਾਸਤੇ ਤੁਰੇ। ਉਹਨਾਂ ਦੇ ਮਨ ਦਾ ਇਹ ਫੁਰਨਾ ਬਣਿਆ ਕਿ ਜਾਂਦਾ ਜਾਂਦਾ ਮੈਂ, ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ, ਆਪਾਂ ਜਾਣਦੇ ਹਾਂ ਬਾਬਾ ਬੁੱਧੂ ਸਾਹਿਬ ਜੀ ਕਰਕੇ, ਉਹਨਾਂ ਦੇ ਸਥਾਨ ਤੇ ਜਾ ਕੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਵਾ ਲਵਾਂ। ਇਹ ਵਿਚਾਰ ਮਨ ਚ ਆਈ। ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਬੁੱਧੂ ਸਾਹਿਬ ਜੀ ਦੇ ਸਥਾਨ ਤੇ ਪਹੁੰਚੇ ਨੇ। ਹੁਣ ਗੁਰਮਖੋ, ਜਾ ਕੇ ਜਦੋਂ ਘੋੜਾ ਰੋਕਿਆ ਤੇ ਸਾਹਮਣੇ ਬਾਬਾ ਬੁੱਧੂ ਸਾਹਿਬ ਜੀ ਬੜੀ ਹੀ ਸਾਦੀ ਜੀ ਕਿਰਿਆ ਦੇ ਮਾਲਕ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋ ਲੱਗਾ ਰੱਬ ਸੇਤੀ, ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀ, ਕਿਸੈ ਕੇਰੀ ਬਾਜ ਸੱਚੇ ਨਾਹ। ਇਸ ਅਵਸਥਾ ਵਿੱਚ ਵਿਚਰਦੇ ਸਨ ਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਹਾਂਪੁਰਖਾਂ ਨੂੰ ਪੁੱਛ ਲਿਆ ਕਿ ਮੈਂ ਬਾਬਾ ਬੁੱਧੂ ਸਾਹਿਬ ਜੀ ਨੂੰ ਮਿਲਣਾ ਹੈ। ਧਿਆਨ ਦੇਣਾ ਗੁਰਮਖੋ, ਜ਼ਿੰਦਗੀ ਵਿੱਚ ਨਾ ਵਾਕਫੀ ਹੋਣੀ ਵੀ ਇੱਕ ਬਹੁਤ ਵੱਡੀ ਦੂਰੀ ਹੈ। ਦੂਰੀ ਕੇਵਲ ਸਰੀਰ ਦੀ ਦੂਰੀ ਨਹੀਂ ਹੁੰਦੀ, ਨਾ ਵਾਕਫੀ ਹੋਣੀ ਵੀ ਦੂਰੀ ਹੈ। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਕਿ ਪੱਥਰ ਤੇ ਹੀਰੇ ਵਿੱਚ ਫਰਕ ਕੀ ਹੈ, ਉਹ ਤਾਂ ਹੀਰੇ
ਦੇ ਉੱਤੋਂ ਪੈਰ ਧਰ ਕੇ ਲੰਘ ਜਾਊਗਾ, ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਪੱਥਰ ਹੈ ਜਾਂ ਹੀਰਾ ਹੈ। ਨਾ ਵਾਕਬੀ ਹੈ ਨਾ। ਅਜੇ ਤੱਕ ਸਾਡੀ ਵਾਕਬੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਵੀ ਨਹੀਂ ਹੋਈ ਗੁਰਮਖੋ। ਤੇ ਵਾਕਬੀ ਕਰਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ। ਕਿਹੜੇ ਬਚਨ? ਇੱਕ ਵਾਰੀ ਸਾਰੀ ਸੰਗਤ ਪੜਿਓ ਪਿਆਰ ਦੇ ਨਾਲ। ਵਾਹੂ ਵਾਹੂ ਬਾਣੀ ਨਿਰੰਕਾਰ ਹੈ, 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 ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਵਾਹੂ ਬਾਣੀ ਨਿਰੰਕਾਰ ਹੈ। ਸਾਰੇ ਬੋਲੋ ਜੀ। ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਬਾਣੀ ਨਿਰੰਕਾਰ ਹੈ। ਇਸ ਜੀਵਨ ਅਵਰ ਨਾ ਕੋਏ, 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 ਵਾਹੂ ਵਾਹੂ ਬਾਣੀ ਨਿਰੰਕਾਰ ਹੈ, 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 ਵਾਹੂ ਵਾਹੂ ਬਾਣੀ ਨਿਰੰਕਾਰ ਹੈ। ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਬਾਣੀ ਨਿਰੰਕਾਰ ਹੈ, ਵਾਹੂ ਵਾਹੂ ਬਾਣੀ ਨਿਰੰਕਾਰ ਹੈ। ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਨਾ ਵਾਕ ਵੀ ਹੋਣੀ, ਪਹਿਚਾਨ ਨਾ ਹੋਣੀ, ਇਹ ਵੀ ਬਹੁਤ ਵੱਡੀ ਦੂਰੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਮੈਂ ਬਾਬਾ ਬੁੱਧੂ ਸਾਹਿਬ ਜੀ ਨੂੰ ਮਿਲਣਾ ਹੈ। ਮਹਾਂਪੁਰਖਾਂ ਦਾ ਜੀਵਨ ਦੇਖਿਓ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਲੈ ਗਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜਾ ਕਰਕੇ ਕਹਿਣ ਲੱਗੇ ਸਾਹਿਬ ਬੈਠਾ ਤਖਤ ਤੇ ਬੁੱਧੂ ਮੈਂ ਹਾਂ, ਮੈਂ ਤੇਰੇ ਸਾਹਮਣੇ ਖੜਾ ਹਾਂ। ਮੈਂ ਸਾਹਿਬ ਨਹੀਂ, ਸਾਹਿਬ ਤੇ ਇੱਕੋ ਹੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਤਾ ਸੀ ਨਾ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਆ ਸਮਾਗਮ ਉਸ ਸਾਹਿਬ ਨਾਲ ਤੁਹਾਡੀ ਵਾਕਫੀਅਤ ਕਰਾਉਣ ਵਾਸਤੇ ਨੇ
ਕਿ ਤੁਹਾਡਾ ਸਾਹਿਬ ਕੌਣ ਹੈ, ਤੁਹਾਡਾ ਖਸਮ ਕੌਣ ਹੈ, ਮਾਲਕ ਕੌਣ ਹੈ। ਸਮਾਂ ਸਮਾਪਤ ਹੈ, ਹੁਣ ਅਰਦਾਸ ਹੋਣ ਲੱਗੀ ਹੈ। ਅਰਦਾਸ ਕਰਨ ਵਿੱਚ ਤੇ ਅਰਦਾਸ ਹੋਣ ਵਿੱਚ ਬੜਾ ਅੰਤਰ ਹੈ ਗੁਰਮੁਖੋ। ਅਰਦਾਸ ਸਿੱਖ ਨੇ ਹਰ ਰੋਜ਼ ਕਰਨੀ ਹੈ, ਪਰ ਕਰਨੀ ਇਸ ਭਾਵਨਾ ਨਾਲ ਹੈ ਕਿ ਮੇਰਾ ਜੀਵਨ ਹੀ ਅਰਦਾਸ ਬਣ ਜਾਏ। ਇੱਕ ਦਿਨ ਮੈਨੂੰ ਕਰਨ ਦੀ ਲੋੜ ਨਾ ਪਵੇ, ਅਰਦਾਸ ਹੀ ਮੇਰੀ ਜ਼ਿੰਦਗੀ ਬਣ ਜਾਏ। ਹੁਣ ਦੇਖੋ ਗੁਰਮੁਖਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੇਰੇ ਦਰ ਤੇ ਇੱਕ ਮੰਗਤਾ ਆਇਆ ਹੈ, ਤੇਰੇ ਦਰ ਤੇ ਇੱਕ ਭਿਖਾਰੀ ਆਇਆ ਹੈ। ਇਹ ਸ਼ਬਦ ਮਹਾਰਾਜਾ ਰਣਜੀਤ ਸਿੰਘ ਵਾਸਤੇ ਵਰਤੇ ਜਾ ਰਹੇ ਨੇ। ਹੇ ਮੇਰੇ ਦਾਤਾ ਜੀ, ਇਸ ਮੰਗਤੇ ਦੀ ਝੋਲੀ ਵਿੱਚ ਜੋ ਕੁਝ ਚਾਹੁੰਦਾ ਹੈ ਖੈਰ ਪਾ ਦੇਣੀ, ਕਿਉਂਕਿ ਤੁਸੀਂ ਆਪ ਹੀ ਤੇ ਹਰ ਰੋਜ਼ ਕਹਿੰਦੇ ਹੋ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਦੇਖੋ ਗੁਰਮੁਖਾਂ ਨੇ, ਮਹਾਂਪੁਰਖਾਂ ਨੇ ਆਪਣੇ ਸਾਹਿਬ ਨਾਲ ਜੋੜਿਆ, ਆਪਣੇ ਸਤਿਗੁਰੂ ਬਾਰੇ ਇਸ ਤਰ੍ਹਾਂ ਦੇ ਅਲਫਾਜ਼ ਵਰਤੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਵੀ ਸ਼ਰਧਾ ਭਰ ਦਿੱਤੀ। ਉਹ ਗਏ, ਮੁਹਿੰਮ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ, ਜਿੱਤ ਕੇ ਜਦੋਂ ਵਾਪਸ ਮੁੜੇ ਨਾ, ਤੇ ਜਿੱਤ ਦਾ ਜਿਹੜਾ ਸੂਖਸ਼ਮ ਹੰਕਾਰ ਹੁੰਦਾ ਨਾ ਗੁਰਮੁਖੋ, ਉਹ ਕਈ ਵਾਰੀ ਦਿਸਦਾ ਨਹੀਂ ਹੈ। ਦਿਸਣ ਵਾਲੀ ਚੀਜ਼ ਦਾ ਤੇ ਇਲਾਜ ਹੋ ਜਾਂਦਾ ਹੈ, ਪਰ ਜਿਹੜਾ ਅੰਦਰ ਲੁਕਿਆ ਹੋਇਆ ਨਾ, ਬਾਣਾ ਜਿਹਨੇ ਨਿਮਰਤਾ ਦਾ ਪਾਇਆ ਪਰ ਹੈ ਅੰਦਰ ਹੰਕਾਰ, ਉਹ ਬੜੀ ਖਤਰਨਾਕ ਅਵਸਥਾ ਹੈ। ਵਾਪਸੀ ਤੇ ਬਾਬਾ ਬੁੱਧੂ ਸਾਹਿਬ ਦੇ ਸਥਾਨ ਤੇ ਫਿਰ ਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ, ਬਾਬਾ ਜੀ ਮੁਹਿੰਮ ਦੇ ਵਿੱਚ ਫਤਿਹਯਾਬੀ ਹੋ ਗਈ, ਮੰਗੋ ਕੀ ਮੰਗਦੇ ਹੋ, ਮੈਂ ਕੁਝ ਦੇਣਾ ਚਾਹੁੰਦਾ ਹਾਂ। ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਾਬਾ ਬੁੱਧੂ ਸਾਹਿਬ ਜੀ ਫੇਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਲੈ ਗਏ। ਜਾ ਕੇ ਕਹਿਣ ਲੱਗੇ, ਇੱਕ ਵਾਰੀ ਮੰਗਿਆ ਸੀ, ਮੁੜ ਕੇ ਮੰਗਣ ਦੀ ਲੋੜ ਨਹੀਂ ਪਈ। ਇੱਕ ਵਾਰੀ ਇਸ ਦਾਤੇ ਨੇ ਝੋਲੀ ਇਸ ਤਰ੍ਹਾਂ ਭਰ ਦਿੱਤੀ, ਹੁਣ ਇਹ ਝੋਲੀ ਨੂੰ ਕਿਸੇ ਦੇ ਸਾਹਮਣੇ ਅੱਡਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸੋ ਦਾਸ ਬੇਨਤੀ ਕਰ ਰਿਹਾ ਸੀ ਗੁਰਮੁਖੋ, ਸੰਤ ਬਾਬਾ ਲਖਵੀਰ ਸਿੰਘ ਜੀ, ਸੰਤ ਬਾਬਾ ਹਰਪਾਲ ਸਿੰਘ ਜੀ, ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਜਿੰਨੇ ਵੀ ਇਹ ਗੁਰਮੁਖ ਰੂਹਾਂ, ਗੁਰਮੁਖ ਪਿਆਰੇ ਇਸ ਅਸਥਾਨ ਨੂੰ ਚਲਾ ਰਹੇ ਨੇ, ਸੇਵਾ ਸੰਭਾਲ ਕਰ ਰਹੇ ਨੇ, ਗੁਰਮੁਖੋ ਇਹਨਾਂ ਸਮਾਗਮਾਂ ਦੇ ਪਿੱਛੇ ਮਨੋਰਥ ਇਹ ਹੈ ਕਿ ਸਾਡੇ ਗੁਰੂ ਨਾਲ ਪਹਿਚਾਨ ਹੋ ਜਾਏ, ਸਾਨੂੰ ਗੁਰੂ ਦੀ ਵਾਕਿਫਤ ਹੋ ਜਾਏ, ਸਾਨੂੰ ਗੁਰੂ ਬਾਰੇ ਪਤਾ ਲੱਗ ਜੇ ਕਿ ਸਾਡਾ ਗੁਰੂ ਕਿਤਨਾ ਮਹਾਨ ਹੈ, ਕਿਤਨੀ ਵੱਡੀ ਸਮਰੱਥਾ ਦਾ ਮਾਲਕ ਹੈ। ਬਾਬੁਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭਹਾਰਾ, ਜਿਸ ਸਿਮਰਤ ਦੁਖ ਕੋਈ ਨਾ ਲੱਗੈ, ਭਵਜਲ ਪਾਰ ਉਤਾਰਾ। ਸੋ ਆਓ, ਮਹਾਂਪੁਰਖਾਂ ਨੇ ਜਿੱਥੇ ਸਮੁੱਚੇ ਇਲਾਕੇ ਤੇ ਪਰਉਪਕਾਰ ਕੀਤਾ ਹੈ, ਦਾਸ ਤੇ ਮਹਾਂਪੁਰਖ ਸੰਤ ਬਾਬਾ ਰਣਜੋਤ ਸਿੰਘ ਜੀ, ਜਿਨ੍ਹਾਂ ਨੇ ਸਮੁੱਚਾ ਜੀਵਨ ਵੱਡੇ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਦੇ ਚਰਨਾਂ ਵਿੱਚ ਰਹਿ ਕੇ 25-30 ਸਾਲ ਦਾ ਸਮਾਂ ਸੇਵਾ ਕੀਤੀ। ਸੰਤ ਬਾਬਾ ਬਰਿਆਮ ਸਿੰਘ ਜੀ ਹੋਰਾਂ ਨਾਲ, ਬੀਜੀ ਨਾਲ, ਜਿਨ੍ਹਾਂ ਦਾ ਅਥਾਹ ਸਨੇਹ ਸੀ, ਲਗਾਤਾਰ ਮਹਾਂਪੁਰਖਾਂ ਦੇ ਸਰੀਰ ਦੇ ਹੁੰਦਿਆਂ ਦਰਸ਼ਨ ਕਰਨ ਆਉਂਦੇ ਰਹੇ। ਬਾਬਾ ਜੀ ਵੀ ਆਪ ਚੱਲ ਕੇ ਸਥਾਨ ਤੇ ਮਹਾਂਪੁਰਖਾਂ ਨੂੰ ਮਿਲਦੇ ਰਹੇ। ਉਹਨਾਂ ਦੀਆਂ ਅਸੀਸਾਂ ਸਦਕਾ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ।
ਹੋਈਆਂ ਬੇਅੰਤ ਭੁੱਲਾਂ ਦੀ ਸਰਬੱਤ ਸੰਗਤ ਨੇ ਖਿਮਾ ਕਰ ਦੇਣੀ। ਆਓ ਇਸੇ ਤਰ੍ਹਾਂ ਇਕਾਗਰਚਿਤ ਹੋ ਕੇ ਆਉਣ ਵਾਲਾ ਸਮਾਂ ਆਪ ਜੀ ਨੇ ਸਰਵਣ ਕਰਨਾ ਹੈ ਗੁਰਮੁਖ ਪਿਆਰਿਆਂ ਪਾਸੋਂ। ਸਾਰੀ ਸੰਗਤ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ